जिनके सपने बड़े होते हैं वो देर तक सोया नहीं करते। जिनके सपने बड़े होते हैं वो देर तक सोया नहीं करते। जो जिद्दी होते हैं अपने सपनों को लेकर, जो जिद्दी होते हैं अपने सपनों को लेकर, वो मुसीबत आने पर कभी रुआ नहीं करते। वो मुसीबत आने पर कभी रुआ नहीं करते। मेरे दोस्तों, मेरे ਵੀਰੋ, ਮੇਰੀਓ ਭੈਣੋ, ਮੇਰੇ ਭਰਾਵੋ, ਤੁਸੀਂ ਆ ਬੰਦੇ ਨੂੰ ਬਰਦਾਸ਼ਤ ਕਰੋ। ਹੁਣ ਮੈਂ ਤਾਂ ਚੱਲਿਆ ਤੇ ਤੁਸੀਂ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਚੈਨਲ ਨੂੰ, ਉਹ ਤੁਹਾਡੀ ਮਰਜ਼ੀ ਹੈ। ਤੇ ਅੱਜ ਤੁਹਾਨੂੰ ਇਹ ਪੰਜਾਬੀ ਭਾਸ਼ਾ ਅਧਿਆਪਨ ਦੀਆਂ ਵਿਧੀਆਂ ਕਰਵਾਊਗਾ ਤੇ ਧਿਆਨ ਨਾਲ ਕਰੋ ਜੀ। हाँ जी प्यारे विद्यार्थियों, सारिਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਆਪਾਂ ਪੰਜਾਬੀ ਭਾਸ਼ਾ ਦੇ ਅਧਿਆਪਨ ਦੀਆਂ ਵਿਧੀਆਂ ਬਾਰੇ ਚਰਚਾ ਕਰਾਂਗੇ। ਜਿਹੜਾ ਟੌਪਿਕ ਜਿਹੜਾ ਹੈ ਇਹ ਸਾਡੇ ਪ੍ਰੀਖਿਆ ਵਾਸਤੇ ਕਈ ਵਾਰੀ ਬੜਾ ਸਿਰਦਰਦ ਬਣ ਜਾਂਦਾ ਹੈ ਕਿ ਇਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਪ੍ਰਸ਼ਨ ਉਹ ਪ੍ਰੀਖਿਆ ਵਿੱਚ ਆ ਜਾਂਦੇ ਨੇ ਕਿ ਅਸੀਂ ਇਹਨਾਂ ਨੂੰ ਕਰ ਨਹੀਂ ਪਾਉਂਦੇ। ਅਤੇ ਅੱਜ ਆਪਾਂ ਜਿਹੜੀਆਂ ਜਿੰਨੀਆਂ ਵੀ ਪ੍ਰੀਖਿਆ ਨੇ, ਚਾਹੇ ਸੈਕੰਡ ਗ੍ਰੇਡ ਹੋਵੇ, ਫਸਟ ਗ੍ਰੇਡ ਹੋਵੇ, ਅਤੇ ਪੰਜਾਬੀ ਵਿਸ਼ੇ ਦੀਆਂ ਜਾਂ ਰੀਟ ਲੈਵਲ ਦੀਆਂ ਕੋਈ ਵੀ ਪ੍ਰੀਖਿਆ ਹੋਵੇ, ਅਤੇ ਉਹਦੇ ਵਿੱਚ ਜੇ ਅਗਰ ਪੰਜਾਬੀ ਭਾਸ਼ਾ ਦੇ ਪ੍ਰਸ਼ਨ ਆਉਂਦੇ ਹੈ, ਪੰਜਾਬੀ ਭਾਸ਼ਾ ਉਹਦੇ ਵਿੱਚ ਆਉਂਦਾ ਹੈ, ਤਾਂ ਉਹਦੇ ਵਿੱਚ ਸਾਡੇ ਕੋਲ ਜਿਹੜੀਆਂ ਪੰਜਾਬੀ ਭਾਸ਼ਾ ਦੇ ਅਧਿਆਪਨ ਦੀਆਂ ਵਿਧੀਆਂ ਦਾ ਜਿਹੜਾ ਟੌਪਿਕ ਹੈ ਅਤੇ ਮੁਲਾਂਕਣ ਦਾ ਟੌਪਿਕ ਹੈ, ਇਹ ਜ਼ਰੂਰ ਆਉਂਦਾ ਹੈ। ਉਹਦੇ ਵਿੱਚ ਜ਼ਰੂਰ ਪ੍ਰਸ਼ਨ ਪੁੱਛੇ ਜਾਂਦੇ ਨੇ, ਜਾਂ ਤਾਂ ਭਾਵੇਂ ਉਹ ਵਿਆਕਰਨ ਪੜ੍ਹਾਉਣ ਦੀ ਵਿਧੀ ਹੋਵੇ, ਜਾਂ ਕਵਿਤਾ ਪੜ੍ਹਾਉਣ ਦੀ ਵਿਧੀ ਹੋਵੇ, ਜਾਂ ਵਾਰਤਕ ਪੜ੍ਹਾਉਣ ਦੀ ਵਿਧੀ, ਨਾਟਕ ਦੀ ਵਿਧੀ, ਇਹਨਾਂ ਵਿੱਚੋਂ ਪ੍ਰਸ਼ਨ ਅਕਸਰ ਪੁੱਛੇ ਜਾਂਦੇ ਨੇ। ਅੱਜ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਅੱਜ ਕਵਿਤਾ ਸਿੱਖਿਆ ਦੀਆਂ ਵਿਧੀਆਂ। ਕਵਿਤਾ ਸਿੱਖਿਆ ਦੀਆਂ ਵਿਧੀਆਂ ਤੁਸੀਂ ਖੁਦ ਵੀ ਪੜ੍ਹ ਸਕਦੇ ਹੋ, ਅਤੇ ਇਹਦੇ ਵਿੱਚੋਂ ਤੁਸੀਂ ਜਿਵੇਂ ਇੱਕ ਬੁੱਕ ਹੈ ਪੰਜਾਬੀ ਭਾਸ਼ਾ ਦਾ ਅਧਿਆਪਨ, ਇੰਦਰਦੇਵ ਨੰਦਰਾ ਦੀ ਬੁੱਕ ਜਿਹੜੀ ਬੜੀ ਮਕਬੂਲ ਹੋਈ ਹੈ, ਤੁਸੀਂ ਇਹਦਾ ਵੀ ਸਹਾਇਤਾ ਲੈ ਸਕਦੇ ਹੋ ਪੰਜਾਬੀ ਭਾਸ਼ਾ ਦੇ ਅਧਿਆਪਨ ਦੀਆਂ ਵਿਧੀਆਂ ਵਾਸਤੇ। ਇੱਕ ਹੋਰ ਬੁੱਕ ਹੈ ਪੰਜਾਬੀ ਅਧਿਆਪਨ, ਇਹ ਡਾਕਟਰ ਸੰਦੀਪ ਸਿੰਘ ਮੁੰਡੇ ਦੀ ਕਿਤਾਬ ਹੈ। ਬਹੁਤ ਸੋਹਣਾ ਮੈਟਰ ਇਹਦੇ ਵਿੱਚ ਵੀ ਲਿਖਿਆ ਹੋਇਆ ਹੈ, ਅਤੇ ਇਹ ਕਿਤਾਬ ਤੋਂ ਵੀ ਤੁਸੀਂ ਲਾਹਾ ਖੱਟ ਸਕਦੇ ਹੋ। ਅਤੇ ਅੱਜ ਆਪਾਂ ਕਵਿਤਾ ਸਿੱਖਿਆ ਦੀਆਂ ਵਿਧੀਆਂ ਬਾਰੇ ਗੱਲ ਕਰਦੇ ਹਾਂ। ਅਤੇ ਸਾਡੇ ਕੋਲ ਜਿਹੜੀਆਂ 4 ਕਵਿਤਾ ਸਿੱਖਿਆ ਦੀਆਂ ਵਿਧੀਆਂ ਹੈ। ਪਹਿਲੀ ਹੈ ਵਿਧੀ ਸਾਡੇ ਕੋਲ ਗੀਤ ਜਾਂ ਨਾਟ ਪ੍ਰਣਾਲੀ। ਹੁਣ ਪ੍ਰਣਾਲੀ ਵੀ ਲਿਖਿਆ ਹੋ ਸਕਦਾ ਉੱਥੇ, ਵਿਧੀ ਵੀ ਲਿਖਿਆ ਹੋ ਸਕਦਾ ਹੈ। ਵਿਧੀ ਜਾਂ ਪ੍ਰਣਾਲੀ ਇੱਕ ਹੀ ਗੱਲ ਹੈ, ਠੀਕ ਹੈ। ਇੱਥੇ ਕਈ ਵਾਰੀ ਕੁਛ ਕਿਤਾਬਾਂ ਦੇ ਵਿੱਚ ਤੋੜ ਕੇ ਵੀ ਲਿਖਿਆ ਹੋਇਆ ਹੈ, ਜਿਵੇਂ ਗੀਤ ਪ੍ਰਣਾਲੀ ਅਲੱਗ ਲਿਖੀ ਹੋਈ ਹੈ, ਅਭਿਨੈ ਜਾਂ ਨਾਟ ਪ੍ਰਣਾਲੀ ਅਲੱਗ ਲਿਖੀ ਹੋਈ ਹੈ, ਠੀਕ ਹੈ। ਪਰ ਜਿਹੜੀ ਸਾਡੇ ਕੋਲ ਇੰਦਰਦੇਵ ਨੰਦਰਾ ਦੀ ਬੁੱਕ ਹੈ, ਉਹਦੇ ਵਿੱਚ ਇਕੱਠਾ ਲਿਖਿਆ ਹੋਇਆ ਹੈ ਗੀਤ ਜਾਂ ਨਾਟ ਪ੍ਰਣਾਲੀ। ਹੁਣ ਇਹਦੇ ਵਿੱਚ ਕੀ ਹੁੰਦਾ ਹੈ, ਗੀਤ ਜਾਂ ਨਾਟ ਪ੍ਰਣਾਲੀ ਦੇ ਵਿੱਚ ਇੱਕ ਜਿਹੜਾ ਅਧਿਆਪਕ ਹੈ, ਪਹਿਲਾਂ ਕਵਿਤਾ ਨੂੰ ਲੈਅ ਜਾਂ ਤਾਲ ਦੇ ਨਾਲ ਗਾਉਂਦਾ ਹੈ, ਬੜੀਆ ਵਧੀਆ ਤਰੀਕੇ ਨਾਲ ਉਹ ਬੱਚਿਆਂ ਅੱਗੇ ਪੇਸ਼ਕਾਰੀ ਕਰਦਾ ਕਵਿਤਾ ਦੀ ਗਾ ਕੇ, ਤਾਂ ਉਹਦੇ ਨਾਲ ਪਿੱਛੇ ਫਿਰ ਬੱਚੇ ਬੋਲਦੇ ਨੇ, ਅਤੇ ਬੱਚੇ ਬੋਲਦੇ ਨਾਲ ਆਪਣੇ ਅੰਗਾਂ ਦੀ ਹਰਕਤਾਂ ਵੀ ਕਰਦੇ ਰਹਿੰਦੇ ਨੇ, ਜਿਹਦੇ ਨਾਲ ਉਹਨਾਂ ਨੂੰ ਜਿਹੜਾ ਪੰਜਾਬੀ ਕਵਿਤਾ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਸਮਝ ਆਉਂਦੀ ਹੈ, ਤਾਂ ਉਹਦਾ ਆਨੰਦ ਵੀ ਮਾਣਦੇ ਨੇ। ਅਤੇ ਇਹਦੇ ਵਿੱਚ ਕੀ ਹੁੰਦਾ ਹੈ, ਛੋਟੀਆਂ ਸ਼੍ਰੇਣੀਆਂ ਲਈ ਇਹ ਬਹੁਤ ਲਾਹੇਵੰਦ ਨੇ। ਅਧਿਆਪਕ ਗੀਤ ਦਾ ਲੈਅ ਤਾਲ ਨਾਲ ਉੱਚੀ ਪਾਠ ਕਰਦਾ ਹੈ। ਬੱਚੇ ਗਾਉਣ ਦੇ ਨਾਲ ਹੱਥਾਂ ਅਤੇ ਹੋਰ ਅੰਗਾਂ ਨਾਲ ਹਰਕਤਾਂ ਵੀ ਕਰਦੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਕਰਦੇ ਆਪਾਂ ਸ਼ਬਦਾਰਥ ਪ੍ਰਣਾਲੀ। ਇਹਦੇ ਵਿੱਚ ਕੀ ਹੁੰਦਾ ਹੈ ਵੀ ਜਿਹੜਾ ਪੰਜਾਬੀ ਵਿਸ਼ੇ ਨੂੰ ਪੜ੍ਹਾਉਣ ਵਾਲਾ ਅਧਿਆਪਕ ਹੈ, ਉਹ ਕਵਿਤਾ ਪੜ੍ਹਾਉਣ ਦੇ ਨਾਲ ਜਿਵੇਂ ਇੱਕ ਤੁਕ ਪੜ੍ਹ ਲਈ ਹੈ, ਉਸ ਦਾ ਅਰਥ ਕਰਵਾਤਾ ਬੱਚਿਆਂ ਨੂੰ, ਠੀਕ ਹੈ, ਜਾਂ ਇੱਕ ਪਹਿਰਾ ਪੜ੍ਹ ਕੇ ਅਰਥ ਕਰਵਾਇਆ ਜਾਂਦਾ ਹੈ, ਉਹਨੂੰ ਸ਼ਬਦਾਰਥ ਪ੍ਰਣਾਲੀ ਕਿਹਾ ਜਾਂਦਾ ਹੈ। ਇਹਦੇ ਵਿੱਚ ਇਹ ਹੁੰਦਾ ਹੈ ਵੀ ਜਦੋਂ ਤੁਸੀਂ ਕੋਈ ਅਧਿਆਪਕ ਕਵਿਤਾ ਨੂੰ ਅਲੈਹ ਦੇ ਨਾਲ ਪੜ੍ਹਾਉਂਦਾ ਹੈ, ਉਸ ਤੋਂ ਉਪਰੰਤ ਅਰਥ ਕਰਾਉਂਦਾ ਹੈ, ਤਾਂ ਉਹਦੇ ਨਾਲ ਜਿਹੜੀ ਕਵਿਤਾ ਦੀ ਜਿਹੜੀ ਲੈਅ ਹੁੰਦੀ ਹੈ ਉਹ ਟੁੱਟ ਜਾਂਦੀ ਹੈ, ਅਤੇ ਇਹਦੇ ਕਾਰਨ ਜਿਹੜੀ ਕਵਿਤਾ ਸਾਨੂੰ ਨੀਰਸ ਜੀ ਜਾਂ ਵਾਰਤਕ ਵਾਂਗੂ ਲੱਗਣ ਲੱਗ ਪੈਂਦੀ ਹੈ, ਜਿਹਦੇ ਕਾਰਨ ਬੱਚਿਆਂ ਨੂੰ ਆਨੰਦ ਬਹੁਤ ਘੱਟ ਆਉਂਦਾ ਹੈ। ਅਤੇ ਜਿਹੜੀ ਮੇਨ ਤਾਂ ਜਿਹੜੀ ਇਹ ਸ਼ਬਦਾਰਥ ਪ੍ਰਣਾਲੀ ਜਿਹੜੀ ਵਿਧੀ ਹੈ, ਇਹਦਾ ਕੰਮ ਵਾਰਤਕ ਪੜ੍ਹਾਉਣ ਦੇ ਕੰਮ ਆਉਂਦੀ ਹੈ, ਠੀਕ ਹੈ। ਅਤੇ ਉਸ ਤੋਂ ਬਾਅਦ ਕਰਦੇ ਹਾਂ ਆਪਾਂ ਪ੍ਰਸ਼ਨ ਉੱਤਰ ਵਿਧੀ। ਪ੍ਰਸ਼ਨ ਉੱਤਰ ਜਿਹੜੀ ਵਿਧੀ ਹੈ,
ਇਹਦੇ ਵਿੱਚ ਬੱਚਿਆਂ ਤੋਂ ਸਵਾਲ ਜਵਾਬ ਕੀਤੇ ਜਾਂਦੇ ਨੇ। ਹੁਣ ਸ਼ਬਦਾਰਥ ਪ੍ਰਣਾਲੀ ਵਿੱਚ ਜਾਂ ਤਾਂ ਟੀਚਰ ਬੱਚੇ ਨੂੰ ਖੜਾ ਕਰ ਦਿੰਦਾ ਵੀ ਤੁਸੀਂ ਪਾਠ ਕਰੋ ਲਹਿ ਦੇ ਨਾਲ, ਅਤੇ ਜਾਂ ਕਈ ਵਾਰੀ ਬੱਚੇ ਜਦੋਂ ਨਹੀਂ ਕਰ ਸਕਦੇ ਉਦੋਂ ਅਧਿਆਪਕ ਹੀ ਖੁਦ ਕਵਿਤਾ ਨੂੰ ਪੜ੍ਹਦਾ ਹੈ ਅਤੇ ਉਹਦੇ ਨਾਲ ਨਾਲ ਅਰਥ ਕਰਦਾ ਜਾਂਦਾ ਹੈ। ਹੁਣ ਪ੍ਰਸ਼ਨ ਉੱਤਰ ਵਿੱਚ ਕੀ ਸੀਗਾ? ਪ੍ਰਸ਼ਨ ਉੱਤਰ ਵਿੱਚ ਇਹਦੇ ਵਿੱਚ ਬੱਚਿਆਂ ਤੋਂ ਕਵਿਤਾ ਦਾ ਪਾਠ ਕਰਦੇ ਸਮੇਂ ਅਧਿਆਪਕ ਵਿੱਚੋਂ ਬੱਚਿਆਂ ਤੋਂ ਪ੍ਰਸ਼ਨ ਪੁੱਛਦਾ ਰਹਿੰਦਾ ਹੈ, ਅਤੇ ਜਿਹਦੇ ਕਾਰਨ ਬੱਚੇ ਕਾਰਜਸ਼ੀਲਤਾ ਰਹਿੰਦੇ ਨੇ। ਕਵਿਤਾ ਦੇ ਵਿਸ਼ੇ ਵਸਤੂ ਬਾਰੇ ਪ੍ਰਸ਼ਨ ਪੁੱਛੇ ਜਾਂਦੇ ਹਨ, ਠੀਕ ਹੈ। ਅਤੇ ਪ੍ਰਸ਼ਨ ਪੁੱਛਣ ਦੇ ਕਾਰਨ ਜਿਹੜੀ ਪ੍ਰਸ਼ਨ ਉੱਤਰ ਵਿਧੀ ਹੈ ਇਹਨੂੰ ਸਵਾਲੀਆ ਜਾਂ ਜਵਾਬ ਵਿਧੀ ਵੀ ਕਿਹਾ ਜਾਂਦਾ ਹੈ, ਠੀਕ ਹੈ। ਇਹਨਾਂ ਦਾ ਵਿਧੀਆਂ ਦਾ ਮੈਂ ਵਿਸਤਾਰ ਨਾਲ ਤੁਹਾਨੂੰ ਬਾਅਦ ਵਿੱਚ ਕਰਵਾਊਂਗਾ। ਇੱਕ ਵਾਰੀ ਮੇਨ ਤੁਸੀਂ ਇਹਨਾਂ ਦੇ ਬਾਰੇ ਜਾਣਕਾਰੀ ਲੈ ਲਓ, ਕਿਉਂਕਿ ਪ੍ਰਸ਼ਨ ਕਈ ਵਾਰੀ ਸਿੱਧਾ ਇੱਥੋਂ ਆ ਜਾਂਦਾ ਹੈ। ਇਸ ਲਈ ਤੁਹਾਨੂੰ ਇਹ ਕਵਿਤਾ ਸਿੱਖਿਆ ਦੀਆਂ ਵਿਧੀਆਂ ਦੇ ਨਾਮ ਚੇਤੇ ਹੋਣਾ ਬਹੁਤ ਲਾਜ਼ਮੀ ਹੈ। ਉਸ ਤੋਂ ਬਾਅਦ ਕਰਦੇ ਆਪਾਂ ਵਿਆਖਿਆ ਵਿਧੀ। ਇਹਦੇ ਵਿੱਚ ਕੀ ਹੋਊਗਾ? ਇਹ ਜਿਹੜੀ ਗੀਤ ਜੇ ਨਾਟ ਪ੍ਰਣਾਲੀ ਵਿਧੀ ਆਪਾਂ ਪੜ੍ਹ ਕੇ ਆਏ ਹਾਂ, ਇਹ ਤਾਂ ਸਿਰਫ ਹੈਗੀ ਆ ਛੋਟੀਆਂ ਸ਼੍ਰੇਣੀਆਂ ਲਈ। ਜਿਵੇਂ ਆਪਾਂ ਮੰਨਦੀ ਵਿੱਚ ਮੁੱਢਲੀ ਜਿਹੜੀ ਵਿੱਦਿਆ ਲੈਂਦੇ ਬੱਚੇ, ਮੁੱਢਲੀ ਸ਼੍ਰੇਣੀਆਂ ਲਈ ਇਹ ਜ਼ਰੂਰੀ ਹੈ। ਉਸ ਤੋਂ ਬਾਅਦ ਆ ਜਾਂਦਾ ਸ਼ਬਦਾਰਥ ਪ੍ਰਣਾਲੀ ਅਤੇ ਪ੍ਰਸ਼ਨ ਉੱਤਰ ਵਿਧੀ ਜਿਹੜੀ ਹੈ ਇਹ ਹੁੰਦੀ ਆ ਜਿਵੇਂ ਉੱਚ ਜਿਹੜੀ ਆਪਣੀ ਮਿਡਲ ਕਲਾਸ ਤੱਕ ਜਿਹੜੇ ਬੱਚੇ ਹੁੰਦੇ 8ਵੀਂ ਤੱਕ ਮੰਨ ਲਈਏ ਆਪਾਂ, 8ਵੀਂ ਦੇ ਬੱਚਿਆਂ ਵਾਸਤੇ ਇਹ ਬਹੁਤ ਲਾਹੇਵੰਦ ਵਿਧੀਆਂ ਨੇ। ਉਸ ਤੋਂ ਬਾਅਦ ਜਿਹੜੀ ਵਿਆਖਿਆ ਵਿਧੀ ਹੈ ਇਹ ਉੱਚ ਸ਼੍ਰੇਣੀਆਂ ਲਈ ਹੈ, ਜਿਵੇਂ 8ਵੀਂ ਤੋਂ ਬਾਅਦ 9ਵੀਂ 10ਵੀਂ 12ਵੀਂ BA MA ਦੇ ਜੇ ਵਿਦਿਆਰਥੀ ਹੈ ਉਹਨਾਂ ਲਈ ਬਹੁਤ ਲਾਹੇਵੰਦ ਵਿਧੀ ਹੈ ਵਿਆਖਿਆ ਵਿਧੀ। ਹੁਣ ਉੱਚ ਸ਼੍ਰੇਣੀਆਂ ਲਈ ਬਹੁਤ ਲਾਹੇਵੰਦ ਨੇ ਕਵਿਤਾ ਵਿਆਖਿਆ, ਕਾਵ ਸੁੰਦਰਤਾ, ਛੰਦ, ਅਲੰਕਾਰ, ਰਸ ਅਤੇ ਕਵਿਤਾ ਨਾਲ ਸੰਬੰਧਿਤ ਦੰਦ ਕਥਾ ਦਾ ਜ਼ਿਕਰ ਕੀਤਾ ਜਾਂਦਾ ਹੈ। ਅਧਿਆਪਕ ਕਵਿਤਾ ਨੂੰ ਪੜ੍ਹਾਉਂਦਾ ਹੈ। ਜੇ ਬੱਚਿਆਂ ਨੂੰ ਕਈ ਵਾਰੀ ਦਮੋਦਰ ਦੀ ਕੋਈ ਕਿੱਸਾ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਕਵਿਤਾ ਦੇ ਰੂਪ ਵਿੱਚ, ਜਾਂ ਕੋਈ ਲੂਣਾ ਕਾਵ ਰੂਪ ਵਿੱਚੋਂ, ਸ਼ਿਵ ਕੁਮਾਰ ਵਿੱਚੋਂ ਕੋਈ ਤੁਕ ਪੜ੍ਹਾਈ ਜਾਂਦੀ ਹੈ ਬੱਚਿਆਂ ਨੂੰ, ਕਵਿਤਾ ਪੜ੍ਹਾਈ ਜਾਂਦੀ ਹੈ, ਤਾਂ ਬੱਚੇ ਕਈ ਵਾਰੀ ਪੁੱਛਦੇ ਹੈ ਵੀ ਗੁਰੂ ਜੀ ਇਹ ਕੌਣ ਹੈ? ਜਿਵੇਂ ਪੂਰਨ ਦੀ ਗੱਲ ਕੀਤੀ ਜਾਂਦੀ, ਪੂਰਨ ਕੌਣ ਹੈ? ਅਤੇ ਇਹਦੇ ਨਾਲ ਟੀਚਰ ਜਿਹੜਾ ਹੈ ਉਹਨਾਂ ਨੂੰ ਬੱਚਿਆਂ ਨੂੰ ਦੰਦ ਕਥਾ ਵੀ ਸੁਣਾ ਸਕਦਾ ਹੈ ਉਹਦੇ ਬਾਰੇ, ਠੀਕ ਹੈ। ਜ਼ਿਆਦਾਤਰ ਜਿਹੜੇ ਪ੍ਰਸ਼ਨ ਹੈ ਵਿਆਖਿਆ ਵਿਧੀ 'ਚ ਆਉਂਦੇ ਨੇ। ਵਿਆਖਿਆ ਵਿਧੀ ਵਿੱਚ ਉੱਚ ਸ਼੍ਰੇਣੀਆਂ ਲਈ ਇਹ ਜ਼ਰੂਰੀ ਹੈ, ਲਾਹੇਵੰਦ ਹੈ। ਅਤੇ ਇਹਦੇ ਵਿੱਚ ਜਿਹੜਾ ਅਧਿਆਪਕ ਹੈ ਉਹ ਬੱਚਿਆਂ ਨੂੰ ਕਵਿਤਾ ਦੀ ਵਿਆਖਿਆ ਕਰਕੇ ਦੱਸਦਾ ਹੈ, ਠੀਕ ਹੈ। ਪਹਿਲਾਂ ਕਵਿਤਾ ਪੜ੍ਹਾ ਕੇ ਉਸ ਤੋਂ ਬਾਅਦ ਉਹਦੀ ਵਿਆਖਿਆ ਕਰਦਾ ਹੈ, ਕਾਵ ਸੁੰਦਰਤਾ ਬਾਰੇ ਦੱਸਦਾ ਹੈ, ਕਵਿਤਾ ਵਿੱਚ ਕਿਹੜਾ ਛੰਦ ਵਰਤਿਆ ਗਿਆ ਹੈ, ਕਿਹੜਾ ਰਸ ਹੈ, ਕਿਹੜਾ ਅਲੰਕਾਰ ਹੈ, ਉਹ ਸਾਰਾ ਖੋਲ੍ਹ ਕੇ ਬੱਚਿਆਂ ਨੂੰ ਦੱਸਿਆ ਜਾਂਦਾ ਹੈ। ਉਹ ਲਾਸਟ ਵਿੱਚ ਜਿਹੜਾ ਅਧਿਆਪਕ ਹੈ ਬੱਚਿਆਂ ਨੂੰ ਵਿਆਖਿਆ ਵਿਧੀ ਵਿੱਚ ਇਹ ਵੀ ਦੱਸ ਸਕਦਾ ਹੈ ਕਿ ਕਵਿਤਾ ਦੇ ਵਿੱਚ ਕਿਹਦੀ ਗੱਲ ਕੀਤੀ ਗਈ ਹੈ। ਵਿਆਖਿਆ ਵਿਧੀ ਦੀਆਂ ਅੱਗੋਂ 3 ਵਿਧੀਆਂ ਨੇ: ਵਿਆਸ ਜਾਂ ਕਥਾ ਵਿਧੀ, ਤੁਲਨਾਤਮਕ ਵਿਧੀ ਅਤੇ ਸਮੀਖਿਆ ਵਿਧੀ। ਸਮੀਖਿਆ ਵਿਧੀ ਵਿੱਚ ਆਲੋਚਨਾ ਕਰਕੇ ਦੱਸਿਆ ਜਾਂਦਾ ਵੀ ਆਲੋਚਨਾ ਕਿਵੇਂ ਕਰਨੀ ਹੈ, ਕਵਿਤਾ ਵਿੱਚ ਕਿਹੜਾ ਨਿਯਮ ਵਰਤਣਾ ਹੈ, ਠੀਕ ਹੈ। ਇਹ ਸਾਰੀਆਂ ਵਿਧੀਆਂ ਮੈਂ ਤੁਹਾਨੂੰ ਵਿਸਤਾਰ ਦੇ ਨਾਲ ਅਗਲੀ ਕਲਾਸ ਵਿੱਚ ਪੜ੍ਹਾਂਗੇ। ਤਦ ਤੱਕ ਲਈ ਇੰਨਾ ਹੀ।